Hello students, in this presentation today we shall study about class management, the meaning and concept, ਉਹਦੀਆਂ approaches ਕੀ ਹੈ, role of teacher ਕੀ ਹੈ ਤੇ common teacher ਕਿਹੜੀਆਂ ਗਲਤੀਆਂ ਕਰਦੇ ਨੇ ਜਦੋਂ ਕਲਾਸ ਦਾ ਪ੍ਰਬੰਧ ਕਰਦੇ ਨੇ। class management ਦਾ ਮਤਲਬ ਹੈ class ਪ੍ਰਬੰਧ ਕਰਨਾ, right? So moving to the first slide, ਸਭ ਤੋਂ ਪਹਿਲਾਂ ਆਪਾਂ ਇਸ concept ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ what is classroom management. Classroom management consists of techniques and attitudes through which the teacher control their classroom environment so that students learning prevail because students behavior is effectively minimized and redirected. So class management या class प्रबंध ਵਿੱਚ ਉਹ ਸਾਰੀਆਂ ਵਿਧੀਆਂ ਉਹ ਸਾਰੇ ਐਟੀਟਿਊਡਸ ਜਾਂ ਰਵੱਈਏ ਆਉਂਦੇ ਨੇ ਜਿਸ ਨਾਲ ਅਧਿਆਪਕ ਹੈ ਆਪਣੇ ਕਲਾਸ ਦੇ ਵਾਤਾਵਰਣ ਦੇ ਉੱਤੇ ਇੱਕ ਕੰਟਰੋਲ ਕਰਦਾ ਹੈ ਤਾਂ ਜੋ ਉਹਦੀ ਕਲਾਸ ਵਿੱਚ ਵਿਦਿਆਰਥੀ ਦੀ ਜਿਹੜੀ ਸਿੱਖਣ ਪ੍ਰਕਿਰਿਆ ਉਹ ਵਧੀਆ ਢੰਗ ਨਾਲ ਕੀਤੀ ਜਾ ਸਕੇ ਅਤੇ ਵਿਦਿਆਰਥੀ ਦੁਆਰਾ ਕੀਤਾ ਗਿਆ ਦੁਰਵਿਵਹਾਰ ਜਾਂ ਕੋਈ ਮਾੜਾ ਬਿਹੇਵੀਅਰ ਹੈ ਉਸ ਅਸੀਂ ਘਟਾ ਸਕੀਏ ਜਾਂ ਉਸਨੂੰ ਇੱਕ ਸਹੀ ਦਿਸ਼ਾ ਵੱਲ ਮੋੜ ਸਕੀਏ, ਰਾਈਟ? ਸੋ ਬੇਸਿਕਲੀ ਜੇ ਆਪਾਂ ਲੈ ਕੇ ਦੇਖੀਏ ਤਾਂ ਕਲਾਸ ਮੈਨੇਜਮੈਂਟ ਕੀ ਹੋਏਗਾ, ਜਿਸ ਤਰ੍ਹਾਂ ਇੱਕ ਅਧਿਆਪਕ ਆਪਣੀ ਕਲਾਸ ਦੇ ਵਿੱਚ ਇਸ ਚੀਜ਼ ਨੂੰ ਇਨਸ਼ੋਰ ਕਰਦਾ ਹੈ ਕਿ ਉਹਦੀ ਕਲਾਸ ਵਿੱਚ ਜਿਹੜੀ ਅਧਿਆਪਨ ਸਿੱਖਣ ਦੀ ਪ੍ਰਕਿਰਿਆ ਹੈ ਉਹ ਵਧੀਆ ਢੰਗ ਨਾਲ ਜਾਰੀ ਕੀਤੀ ਜਾ ਸਕੇ ਐਂਡ ਜਿਸ ਵਿੱਚ ਕੋਈ ਡਿਸਟਰਬੈਂਸ ਨਾ ਹੋਵੇ ਤੇ ਹਰ ਵਿਦਿਆਰਥੀ ਹੈ ਜਿਹੜਾ ਉਹ ਟੀਚਰ ਦੀ ਗੱਲ ਨੂੰ ਸਮਝ ਸਕੇ। ਸੋ ਐਲਬਰਟ ਐਂਡ ਟ੍ਰੌਟਮੈਨ ਜਦੋਂ ਇਸ ਨੂੰ ਪਰਿਭਾਸ਼ਿਤ ਕਰਦੇ ਨੇ ਉਹ ਕਹਿੰਦੇ ਨੇ ਕਲਾਸਰੂਮ ਮੈਨੇਜਮੈਂਟ ਇੱਕ ਸਕਿੱਲ ਹੈ, ਹੁਨਰ ਹੈ, ਇਹ ਗਿਆਨ ਨਹੀਂ ਹੈ, ਕਿਸੇ ਨੂੰ ਪੜ੍ਹਾ ਕੇ ਨਹੀਂ ਆ ਸਕਦਾ, ਇੱਕ ਸਕਿੱਲ ਹੈ ਜੋ ਤੁਸੀਂ ਸਿੱਖਦੇ ਹੋ ਓਵਰ ਦਾ ਟਾਈਮ ਵਿਦ ਯੋਰ ਐਕਸਪੀਰੀਐਂਸਿਸ। ਕਿਉਂ ਸਕਿੱਲ ਹੈ? ਕਿਉਂਕਿ ਐਵਰੀ ਕਲਾਸ ਦੇ ਵਿੱਚ ਤੁਹਾਨੂੰ ਇੱਕ ਡਿਫਰੈਂਟ ਮੈਨੇਜਮੈਂਟ ਟੈਕਨੀਕ ਲਗਾਉਣੀ ਪੈਂਦੀ ਹੈ, ਹਰ ਬੱਚੇ ਲਈ ਤੁਹਾਨੂੰ ਇੱਕ ਡਿਫਰੈਂਟ ਮੈਨੇਜਮੈਂਟ ਟੈਕਨੀਕ ਲਗਾਉਣੀ ਪੈਂਦੀ ਹੈ। ਸੋ ਇਸ ਰੀਜ਼ਨਸ ਕਰਕੇ ਆਪਾਂ ਮੰਨਦੇ ਹਾਂ ਕਿ ਦੈਨ ਦਿਸ ਇਜ਼ ਅ ਸਕਿੱਲ ਜਿਸ ਵਿੱਚ ਅਧਿਆਪਕ ਦੁਆਰਾ ਆਪਣੇ ਸਮੇਂ ਦਾ, ਆਪਣੀ ਕਲਾਸ ਦੀ ਜਗ੍ਹਾਵਾਂ ਦਾ, ਸਰੋਤਾਂ ਦਾ ਅਤੇ ਵਿਦਿਆਰਥੀਆਂ ਦੇ ਬਿਹੇਵੀਅਰ ਨੂੰ ਕੀ ਕੀਤਾ ਜਾਂਦਾ, ਇਹਨਾਂ ਦਾ ਸਭ ਦਾ ਪ੍ਰਬੰਧ ਕੀਤਾ ਜਾਂਦਾ। ਸੋ ਕਿੰਨਾ ਤੁਹਾਡੇ ਕੋਲ ਟਾਈਮ ਹੈ, ਜੇ 1 ਘੰਟੇ ਦਾ ਟਾਈਮ ਵਿੱਚ ਤੁਸੀਂ ਕੀ ਪੜ੍ਹਾਉਣਾ ਹੈ, ਆਪਣੀ ਕਲਾਸ ਦੀਆਂ ਡਿਫਰੈਂਟ ਸਪੇਸਿਸ ਹੈ, ਬਲੈਕ ਬੋਰਡ ਕਿੱਥੇ ਹੋਣਾ ਚਾਹੀਦਾ ਹੈ, ਚਾਰਟਸ ਕਿੱਥੇ ਲਗਾਉਣੇ ਨੇ, ਬੱਚਿਆਂ ਦਾ ਸਿਟਿੰਗ ਅਰੇਂਜਮੈਂਟ ਕਿਸ ਤਰ੍ਹਾਂ ਦਾ ਹੋਏਗਾ, ਦੈਨ ਉਹਨਾਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ, ਸਟੂਡੈਂਟ ਬਿਹੇਵੀਅਰ ਨੂੰ ਅਸੀਂ ਕਿਸ ਤਰ੍ਹਾਂ ਕੰਟਰੋਲ ਕਰਾਂਗੇ ਤਾਂ ਜੋ ਅਸੀਂ ਇੱਕ ਕੰਡਿਊਸਿਵ ਲਰਨਿੰਗ ਇਨਵਾਇਰਨਮੈਂਟ ਦਾ ਨਿਰਮਾਣ ਕਰ ਸਕੀਏ, ਇਸ ਤਰ੍ਹਾਂ ਦੇ ਸਿੱਖਣ ਵਾਤਾਵਰਨ ਦਾ ਨਿਰਮਾਣ ਕਰ ਸਕੀਏ ਜਿਸ ਵਿੱਚ ਅਸੀਂ ਸਾਰੇ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾ ਸਕੀਏ। ਰਿਚਰਡ ਦੁਆਰਾ 1990 ਵਿੱਚ ਜਦੋਂ ਕਲਾਸ ਪ੍ਰਬੰਧ ਦੀ ਗੱਲ ਕੀਤੀ ਗਈ ਉਹਨਾਂ ਦੇ ਮੁਤਾਬਕ ਇਹ ਕਿਹਾ ਗਿਆ ਕਿ ਕਲਾਸ ਪ੍ਰਬੰਧ ਇੱਕ ਸੰਗਠਨ ਹੈ, ਇੱਕ ਸੰਗਠਿਤ ਕਰਨ ਦੀ ਪ੍ਰਕਿਰਿਆ ਹੈ ਜਿਸ ਨਾਲ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਬਿਹੇਵੀਅਰ ਨੂੰ ਕੰਟਰੋਲ ਕਰਦਾ ਤਾਂ ਜੋ ਸਿੱਖਣ ਲਰਨਿੰਗ ਦਾ ਜੋ ਪ੍ਰੋਸੈਸ ਹੈ ਉਹ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇ। ਸੋ ਉਹਨਾਂ ਨੇ ਇਹ ਮੰਨਿਆ ਕਿ ਜਿਹੜਾ ਇਸ ਦੇ ਨਾਲ ਰਾਦਰ ਜਿਹੜੇ ਤੁਸੀਂ ਆਪਣੇ ਕਲਾਸ ਦੇ ਜਿਹੜੇ ਰੂਲਸ ਬਣਾਉਂਦੇ ਹੋ ਉਹਨਾਂ ਰੂਲਸ ਦੇ ਨਾਲ ਜੋ ਤੁਸੀਂ ਆਪਣੇ ਕਲਾਸ ਵਿੱਚ ਕਾਰਜਸ਼ੀਲ ਸਿਸਟਮਸ ਦਾ ਨਿਰਮਾਣ ਕਰ ਪਾਉਂਦੇ ਹੋ। ਸੋ ਬੇਸਿਕਲੀ ਇਹਦਾ ਪਰਪਸ ਇਹ ਨਹੀਂ ਹੈ ਕਿ ਅਸੀਂ ਕਲਾਸ ਵਿੱਚ ਮਿਸਬਿਹੇਵੀਅਰਸ ਨੂੰ ਆਈਡੈਂਟੀਫਾਈ ਕਰਨਾ ਹੈ ਜਾਂ ਅਸੀਂ ਮਿਸਬਿਹੇਵੀਅਰਸ 'ਤੇ ਪਨਿਸ਼ਮੈਂਟ ਦੇਣੀ ਹੈ, ਨਹੀਂ, ਇਸ ਦਾ ਮੇਨ ਮਕਸਦ ਇਹ ਹੈ ਕਿ ਕਲਾਸ ਵਿੱਚ ਕਾਰਜਸ਼ੀਲ ਗਰੁੱਪਸ ਦਾ ਨਿਰਮਾਣ ਕਰਨਾ। ਸੋ ਇਸ ਤਰ੍ਹਾਂ ਬੱਚਿਆਂ ਦੀ ਵੰਡ ਕਰਨੀ ਹੈ, ਇਸ ਤਰ੍ਹਾਂ ਬੱਚਿਆਂ ਨੂੰ ਬਿਠਾਉਣਾ, ਇਸ ਤਰ੍ਹਾਂ ਦਾ ਸਿਟਿੰਗ ਅਰੇਂਜਮੈਂਟ ਕਰਨਾ ਤਾਂ ਜੋ ਅਸੀਂ ਕਲਾਸ ਵਿੱਚ ਆਪਣੇ ਕੰਮ ਨੂੰ ਸਹੀ ਤਰ੍ਹਾਂ ਕਰ ਸਕੀਏ। ਸੋ ਇਸ ਦਾ ਮਤਲਬ ਜਿਹੜੇ ਵੀ ਇਸ ਸਾਰੇ ਦੇ ਵਿੱਚ ਸ਼ਾਮਿਲ ਹੁੰਦੇ ਨੇ ਅਧਿਆਪਕ ਦੇ ਉਹ ਵਿਚਾਰ, ਯੋਜਨਾਵਾਂ ਜਾਂ ਉਹ ਐਕਸ਼ਨ ਜਿਸ ਨਾਲ ਅਧਿਆਪਕ ਆਪਣੀ ਕਲਾਸ ਵਿੱਚ ਕੀ ਤਿਆਰ ਕਰਦਾ, ਇੱਕ ਆਰਡਰ ਤਰਤੀਬ ਤਿਆਰ ਕਰਦਾ ਅਤੇ ਸਿੱਖਣ ਨੂੰ ਜਾਂ ਲਰਨਿੰਗ ਨੂੰ ਬੱਚਿਆਂ ਦੀ ਨੂੰ ਪ੍ਰਮੋਟ ਕਰਦਾ, ਰਾਈਟ? ਸੋ ਇਟ ਸਟੈਂਡਸ ਫॉर ਮੈਨੇਜਮੈਂਟ ਆਫ ਰਿਸੋਰਸਿਸ, ਪਿਊਪਲਸ ਲਰਨਿੰਗ ਐਕਟੀਵਿਟੀਜ਼ ਐਂਡ ਬਿਹੇਵੀਅਰ। ਸੋ ਜਿਹੜੇ ਸਿੱਖਣ ਦੇ ਤੁਹਾਡੇ ਸਰੋਤ ਨੇ, ਅਧਿਆਪਨ ਦੇ ਸਰੋਤ ਨੇ, ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆਵਾਂ ਨੇ ਤੇ ਵਿਦਿਆਰਥੀਆਂ ਦੇ ਵਿਵਹਾਰ ਹੈ, ਉਹਨਾਂ ਸਾਰਿਆਂ ਨੂੰ ਤੁਸੀਂ ਕੰਟਰੋਲ ਕਰਨਾ। ਓਬਵੀਅਸਲੀ ਕਿਸ ਚੀਜ਼ 'ਤੇ ਡਿਪੈਂਡ ਕਰਦਾ, ਹਿਊਮਨ ਰਿਲੇਸ਼ਨ ਸਕਿੱਲਸ 'ਤੇ, ਆਪਸੀ ਰਿਸ਼ਤਿਆਂ 'ਤੇ ਡਿਪੈਂਡ ਕਰਦਾ ਤੁਸੀਂ ਤੁਹਾਡੇ ਵਿਦਿਆਰਥੀਆਂ ਨਾਲ ਕੀ ਰਿਸ਼ਤਾ ਹੈ। ਤੁਸੀਂ ਵੀ ਐਜ਼ ਅ ਸਟੂਡੈਂਟ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ ਹੋਣਾ ਕਿ ਉਹ ਅਧਿਆਪਕ ਜਿਨ੍ਹਾਂ ਦੇ ਨਾਲ ਤੁਹਾਡੇ ਰਿਸ਼ਤੇ ਡੂੰਘੇ ਨੇ ਉਹਨਾਂ ਦੀ ਕਲਾਸ ਦੇ ਵਿੱਚ ਤੁਹਾਡਾ ਜਿਹੜਾ ਬਿਹੇਵੀਅਰ ਉਹ ਡਿਫਰੈਂਟ ਹੁੰਦਾ ਉਹਨਾਂ ਅਧਿਆਪਕਾਂ ਨਾਲੋਂ ਜਿੱਥੇ ਸਾਡਾ ਰਿਸ਼ਤਾ ਇੰਨਾ ਸਟਰੋਂਗ ਨਹੀਂ ਹੈ। ਸੋ ਤੁਹਾਨੂੰ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਕਲਾਸ ਮੈਨੇਜਮੈਂਟ ਬਿਨਾਂ ਹਿਊਮਨ ਰਿਲੇਸ਼ਨ ਸਕਿੱਲਸ ਦੇ ਨਹੀਂ ਹੋ ਸਕਦੀ। ਇਟ ਇਜ਼ ਅ ਕੰਪਲੈਕਸ ਪ੍ਰੋਸੈਸ। ਵਾਈ ਕੰਪਲੈਕਸ ਪ੍ਰੋਸੈਸ? ਕਿਉਂਕਿ ਓਬਵੀਅਸਲੀ ਐਵਰੀ ਕਲਾਸ ਦੇ ਵਿੱਚ ਤੁਹਾਨੂੰ ਇੱਕ ਡਿਫਰੈਂਟ ਤਰ੍ਹਾਂ ਦੀ ਮੈਨੇਜਮੈਂਟ ਕਰਨੀ ਪਊ। ਸੇਮ ਪ੍ਰੋਬਲਮ ਲਈ ਵੀ ਜੇ ਟਾਈਮ ਬਦਲ ਜਾਂਦਾ ਤੁਹਾਨੂੰ ਡਿਫਰੈਂਟ ਮੈਨੇਜਮੈਂਟ ਕਰਨਾ ਪਏਗਾ। ਜੇ ਮੈਂ ਤੁਹਾਡੀ ਕਲਾਸ 9 ਵਜੇ ਲੈਣੀ ਹੈ ਤਾਂ ਮੈਨੂੰ ਡਿਫਰੈਂਟ ਪ੍ਰੋਬਲਮਸ ਆਉਣਗੀਆਂ, ਜੇ ਮੈਂ ਕਲਾਸ 1 ਵਜੇ ਲੈਣੀ ਹੈ ਤਾਂ ਆਈ ਵਿਲ ਫੇਸ ਡਿਫਰੈਂਟ ਪ੍ਰੋਬਲਮਸ। ਸੋ ਇਟ ਇਜ਼ ਅ ਕੰਪਲੈਕਸ ਪ੍ਰੋਸੈਸ। ਵੈਸੇ ਵੀ ਜਿੰਨਾ ਵੀ ਪ੍ਰੋਸੈਸ ਵਿੱਚ ਹਿਊਮਨ ਰਿਲੇਸ਼ਨਸ ਆਰ ਇਨਵੋਲਵਡ ਉਹ ਕੰਪਲੈਕਸ ਹੋ ਜਾਂਦੇ ਨੇ, ਰਾਈਟ? ਕਿਉਂਕਿ ਤੁਸੀਂ ਓਬਵੀਅਸਲੀ ਤੁਹਾਡੇ ਜਿਹੜੇ ਡਿਸੀਜਨ ਹੈ ਉਹ ਸਿਚੁਏਸ਼ਨ ਸਪੈਸੀਫਿਕ ਹੋ ਜਾਂਦੇ ਨੇ, ਹਾਲਾਤਾਂ 'ਤੇ ਬਹੁਤ ਡਿਪੈਂਡ ਕਰਦੇ ਨੇ। ਯੂ ਕੈਨ ਨੋਟ ਟੇਕ ਦ ਸੇਮ ਡਿਸੀਜਨ ਐਵਰੀ ਟਾਈਮ। ਜਿਵੇਂ ਆਪਾਂ ਆਪਣੀ ਕਲਾਸ ਵਿੱਚ ਕੀਤਾ ਕਿ 9 o'clock ਤੋਂ ਮੈਂ ਕਹਿੰਦਾ 9:05 'ਤੇ ਸਾਰੇ ਬੱਚੇ ਆਉਣਗੇ, ਜੇ ਪਰ ਕਰਫਿਊ ਲੱਗਿਆ, ਮੀਂਹ ਪੈ ਰਿਹਾ ਤਾਂ ਉਹ ਬੱਚੇ ਲੇਟ ਵੀ ਹੋਣਗੇ। ਸੋ ਤੁਸੀਂ ਜਿਹੜੇ ਤੁਹਾਡੇ ਰੂਲਸ ਹੈ ਤੁਹਾਨੂੰ ਬੈਂਡ ਵੀ ਕਰਨੇ ਪੈਂਦੇ ਨੇ ਐਂਡ ਉਹ ਰੀਜ਼ਨਸ ਕਰਕੇ ਜਿਹੜੀ ਤੁਹਾਡੀ ਸਪੈਸੀਫਿਸਿਟੀ ਹੈ ਜੋ ਇਸ ਦੇ ਵਿੱਚ ਆ ਜਾਂਦੀ, ਉਹਨਾਂ ਰੀਜ਼ਨਸ ਕਰਕੇ ਇਹ ਇੱਕ ਕੰਪਲੈਕਸ ਪ੍ਰਕਿਰਿਆ ਬਣ ਜਾਂਦੀ ਹੈ। ਸੋ ਮੂਵਿੰਗ ਨੈਕਸਟ ਟੂ ਦੀ ਨੈਕਸਟ ਸਲਾਈਡ। ਜਦੋਂ ਵੀ ਤੁਸੀਂ ਕਲਾਸ ਮੈਨੇਜਮੈਂਟ ਕਰਨਾ ਤੁਸੀਂ ਕਿੰਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ, ਹਮੇਸ਼ਾ ਇਸ ਚੀਜ਼ ਨੂੰ ਧਿਆਨ ਰੱਖਣਾ ਹੈ ਕਿ ਹਰ ਕਲਾਸ ਦਾ ਇੱਕ ਆਪਣਾ ਕੰਟੈਕਸਟ ਹੈ, ਇੱਕ ਆਪਣਾ ਸੰਦਰਭ ਹੈ। ਤੁਸੀਂ ਹਰ ਕਲਾਸ ਦੇ ਵਿੱਚ ਡਿਫਰੈਂਟ ਕਲਾਸਿਸ ਵਿੱਚ ਸੇਮ ਮੈਨੇਜਮੈਂਟ ਦੇ ਮੈਥਡ ਨੂੰ ਨਹੀਂ ਯੂਜ਼ ਕਰ ਸਕਦੇ।
ਇੱਕ ਕਲਾਸ ਵੀ ਜੇ 1 ਘੰਟੇ ਦੀ ਲੱਗੀ ਹੈ ਤਾਂ 9 ਵਜੇ ਮੈਨੇਜਮੈਂਟ ਕਰਨ ਦਾ ਢੰਗ ਤੇ 9:30 ਵਜੇ ਮੈਨੇਜਮੈਂਟ ਕਰਨ ਦੇ ਢੰਗ ਵਿੱਚ ਫਰਕ ਹੋਏਗਾ। ਸੋ ਦਿਸ ਯੂ ਹੈਵ ਟੂ ਕੀਪ ਇਨ ਮਾਈਂਡ ਕਿ ਤੁਹਾਡੇ ਜਿਹੜੇ ਨਿਯਮ ਹੈ ਉਹ ਇਸ ਤਰ੍ਹਾਂ ਬਣਾਏ ਜਾਣਗੇ ਕਿ ਇਸ ਸਿਚੁਏਸ਼ਨ ਸਪੈਸੀਫਿਕ ਹੋਣ, ਟਾਈਮ ਸਪੈਸੀਫਿਕ ਹੋਣ, ਸਮੇਂ ਦੇ ਅਨੁਸਾਰ ਤੁਸੀਂ ਉਹਨਾਂ ਨੂੰ ਕਿਵੇਂ ਚੇਂਜ ਕਰੋਗੇ। ਸੋ ਯੂ ਕੈਨ ਨਾਟ ਹਰ ਪੂਰੇ ਬੱਚੇ ਜਿਵੇਂ ਆਪਾਂ ਕਹਿੰਦੇ 9:05 ਤੇ ਤੁਸੀਂ ਬੜੇ ਐਕਟਿਵਲੀ ਮੇਰੀ ਕਲਾਸ 'ਚ ਬੈਠੋਗੇ, ਹਿੱਲੋਗੇ ਵੀ ਨਹੀਂ, ਪਰ ਜਿਵੇਂ 9:50 ਵੱਜਣਗੇ ਤੁਸੀਂ ਥੋੜ੍ਹਾ ਹਿੱਲਣਾ ਸ਼ੁਰੂ ਕਰੋਗੇ। ਦਿਸ ਵਿਲ ਹੈਪਨ। ਸੋ ਇਸ ਕਰਕੇ ਇਸ ਚੀਜ਼ ਨੂੰ ਧਿਆਨ ਰੱਖੋ ਕਿ ਤੁਸੀਂ ਕੰਟੈਕਸਟ ਆਫ ਦੀ ਕਲਾਸਰੂਮ, ਤੁਹਾਡੀ ਕਲਾਸਰੂਮ ਕਿੱਥੇ ਸਥਿਤ ਹੈ, ਤੁਹਾਡਾ ਲੈਕਚਰ ਕਿਹੜੇ ਸਮੇਂ ਹੈ, ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਹੀ ਕਲਾਸ ਮੈਨੇਜਮੈਂਟ ਦੀ ਪਲਾਨ ਦੀ ਤੁਸੀਂ ਤਿਆਰੀ ਕਰੋਗੇ। ਦੂਸਰੀ ਚੀਜ਼ ਜੋ ਧਿਆਨ ਰੱਖੋਗੇ ਉਹ ਇਹ ਹੈ ਕਿ ਲਰਨਿੰਗ ਅਤੇ ਆਰਡਰ। ਤੁਹਾਡੀ ਕਲਾਸ ਵਿੱਚ ਜਿੰਨਾ ਆਰਡਰ ਜ਼ਿਆਦਾ ਹੋਏਗਾ ਉਨੀ ਲਰਨਿੰਗ ਵਧੀਆ ਹੋਏਗੀ। ਆਪਸ ਵਿੱਚ ਜੁੜੇ ਹੋਏ ਨੇ। ਤੁਸੀਂ ਇਹ ਨਹੀਂ ਸੋਚ ਸਕਦੇ ਕਿ ਮੇਰੀ ਕਲਾਸ ਵਿੱਚ ਕੋਈ ਤਰਤੀਬ ਨਹੀਂ ਹੈ, ਜਿਹੜਾ ਬੱਚਾ ਜਿੱਥੇ ਮਰਜ਼ੀ ਬੈਠ ਜਾਂਦਾ ਹੈ, ਜਦੋਂ ਮਰਜ਼ੀ ਕੋਈ ਬੱਚਾ ਕਲਾਸ 'ਚ ਆਉਂਦਾ ਹੈ, ਜਦੋਂ ਮਰਜ਼ੀ ਕੋਈ ਕਲਾਸ 'ਚੋਂ ਜਾਂਦਾ ਹੈ ਅਤੇ ਮੈਂ ਪਰ ਉਸ ਦੇ ਬਾਵਜੂਦ ਮੇਰੇ ਬੱਚਿਆਂ ਦੀ ਲਰਨਿੰਗ ਵਧੀਆ ਹੋ ਰਹੀ ਹੈ। ਐਵੇਂ ਨਹੀਂ ਹੋ ਸਕਦਾ। ਤੁਸੀਂ ਵੀ ਦੇਖਿਆ ਕਿ ਜਦੋਂ ਆਪਣੀ ਕਲਾਸ ਕੋਈ ਬੱਚਾ ਲੇਟ ਆਉਂਦਾ ਉਹ ਆਪਣੀ ਕਲਾਸ ਨੂੰ ਡਿਸਟਰਬ ਕਰਦਾ। ਸੋ ਉਹ ਡਿਸਟਰਬੈਂਸਿਸ ਤੁਹਾਡੇ ਲਰਨਿੰਗ ਪ੍ਰੋਸੈਸ ਨੂੰ ਇਫੈਕਟ ਕਰਦੀਆਂ ਨੇ। ਸੋ ਇਸ ਚੀਜ਼ ਨੂੰ ਧਿਆਨ ਰੱਖੋ ਕਿ ਜਿਹੜੀ ਵੀ ਤੁਹਾਡਾ ਮਤਲਬ ਜਿਵੇਂ ਇਨ ਦਾ ਸੈਂਸ ਲਰਨਿੰਗ ਹੈ ਜਾਂ ਜੋ ਸਿੱਖਣ ਪ੍ਰਕਿਰਿਆ ਹੈ, ਜੋ ਕਲਾਸ ਤੁਸੀਂ ਪੜ੍ਹਾ ਰਹੇ ਹੋ ਉਹਦੇ ਵਿੱਚ ਇਸ ਚੀਜ਼ ਦਾ ਇਫੈਕਟ ਰਹੇਗਾ ਹੀ ਰਹੇਗਾ। ਥਰਡ ਹੈ ਸਟੂਡੈਂਟ ਇਨਵੋਲਵਮੈਂਟ। ਜੇ ਤੁਹਾਡੀ ਕਲਾਸ ਵਿੱਚ ਵਿਦਿਆਰਥੀ ਜਿਹੜੇ ਇਨਵੋਲਵਡ ਹੈ, ਤੁਸੀਂ ਆਪਣੀ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਆਪਣੀ ਟੀਚਿੰਗ ਲਰਨਿੰਗ ਪ੍ਰੋਸੈਸ ਵਿੱਚ ਬਿਜ਼ੀ ਰੱਖਿਆ ਹੋਇਆ, ਇਨਵੋਲਵਡ ਨੇ, ਤਾਂ ਉਸ ਰੀਜ਼ਨਸ ਨਾਲ ਵੀ ਕਲਾਸ ਵਿੱਚ ਆਰਡਰ ਵਧੀਆ ਰਹੂਗਾ। ਸੋ ਤੁਸੀਂ ਇੱਕ ਪ੍ਰਭਾਵਸ਼ਾਲੀ ਕਲਾਸ ਪ੍ਰਬੰਧਕ ਬਣ ਜਾਂਦੇ ਹੋ ਉਸ ਸਿਚੁਏਸ਼ਨ ਵਿੱਚ, ਜਿਸ ਸਿਚੁਏਸ਼ਨ ਵਿੱਚ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਆਪਣੇ ਨਾਲ ਇਨਵੋਲਵ ਕਰਕੇ ਰੱਖਦੇ ਹੋ ਅਤੇ ਸਟੂਡੈਂਟ ਤੁਹਾਡੇ ਨਾਲ ਬਿਜ਼ੀ ਨੇ। ਜੇ ਸਟੂਡੈਂਟ ਤੁਹਾਡੇ ਨਾਲ ਬਿਜ਼ੀ ਨੇ ਤਾਂ ਓਬਵੀਅਸਲੀ ਉਹ ਬੱਚੇ ਹੈ ਜਿਹੜੇ ਉਹ ਕਲਾਸ ਦੇ ਵਿੱਚ ਫਿਰ ਆਰਡਰ ਨੂੰ ਮੇਨਟੇਨ ਕਰਨਗੇ। ਐਂਡ ਇੱਕ ਹੋਰ ਚੀਜ਼ ਧਿਆਨ ਰੱਖਣੀ ਹੈ ਕਿ ਤੁਸੀਂ ਕਲਾਸ ਨੂੰ ਪੂਰਨ ਰੂਪ ਵਿੱਚ ਮੈਨੇਜ ਕਰਨਾ ਹੈ। ਵਿਅਕਤੀਗਤ ਤੌਰ 'ਤੇ ਇੱਕ ਬੱਚੇ ਨੂੰ ਮੈਨੇਜ ਨਹੀਂ ਕਰਨਾ। ਫਿਰ ਤਾਂ ਜੇ ਆਪਾਂ ਇੱਕ ਬੱਚੇ ਲਈ 1 ਮਿੰਟ ਲਗਾਇਆ, 50 ਮਿੰਟ ਅਸੀਂ ਕਲਾਸ ਮੈਨੇਜ ਕਰਨ ਨੂੰ ਹੀ ਕੱਢ ਦਾਂਗੇ। ਸੋ ਯੂ ਹੈਵ ਟੂ ਮੈਨੇਜ ਦੀ ਇੰਟਾਇਰ ਗਰੁੱਪ ਐਜ਼ ਵਨ। ਇਹ ਮੰਨ ਕੇ ਚੱਲਣਾ ਕਿ ਇੱਕੋ ਹੀ ਕਲਾਸ ਹੈ, ਭਾਵੇਂ ਉਹਦੇ ਵਿੱਚ 50 ਡਿਫਰੈਂਟ ਸਟੂਡੈਂਟਸ ਬੈਠੇ ਹੈ। ਐਂਡ ਫਾਈਨਲੀ ਲਾਸਟ ਗੱਲ ਹੈ ਕੋਆਪਰੇਸ਼ਨ। ਜਦ ਤੱਕ ਵਿਦਿਆਰਥੀ ਤੁਹਾਨੂੰ ਸਹਿਯੋਗ ਨਹੀਂ ਦੇਣਗੇ, ਤੁਸੀਂ ਵਿਦਿਆਰਥੀਆਂ ਨੂੰ ਸਹਿਯੋਗ ਨਹੀਂ ਦੋਗੇ, ਉਦੋਂ ਤੱਕ ਕਲਾਸ ਦਾ ਪ੍ਰਬੰਧ ਨਹੀਂ ਹੋਏਗਾ। ਸੋ ਬੱਚੇ ਤੁਹਾਡੇ ਨਾਲ ਤਾਂ ਹੀ ਤੁਹਾਡੀ ਗੱਲ ਮੰਨਣਗੇ ਜੇ ਉਹਨਾਂ ਦੀ ਵਿਲਿੰਗਨੈਸ ਹੋਏਗੀ, ਜੇ ਉਹਨਾਂ ਦੀ ਇੱਛਾ ਹੋਏਗੀ। ਸੋ ਇਸ ਲਈ ਮੈਨੀ ਟਾਈਮਸ ਇਹ ਵੀ ਹੋ ਸਕਦਾ ਕਿ ਜਦੋਂ ਆਪਾਂ ਕਲਾਸ ਦੇ ਵਿੱਚ ਵੱਖ-ਵੱਖ ਗਤੀਵਿਧੀਆਂ ਦੀ ਪਲੈਨਿੰਗ ਕਰਨੀ ਹੈ ਜਾਂ ਯੋਜਨਾਬੰਦੀ ਕਰਨੀ ਹੈ, ਉਦੋਂ ਵਿਦਿਆਰਥੀਆਂ ਦਾ ਸਹਿਯੋਗ ਲੈ ਲਿਆ ਜਾਵੇ। ਉਸ ਨਾਲ ਵੀ ਕੀ ਹੁੰਦਾ ਕਿ ਜਿਹੜੇ ਸਟੂਡੈਂਟਸ ਆ ਤੁਹਾਡੇ ਨਾਲ ਐਕਟਿਵਲੀ ਇਨਵੋਲਵ ਵੀ ਹੋ ਜਾਂਦੇ ਨੇ ਐਂਡ ਪਲੱਸ ਸਟੂਡੈਂਟਸ ਖੁਸ਼ ਵੀ ਹੋ ਜਾਂਦੇ ਨੇ। ਜਿਵੇਂ ਆਪਾਂ ਕਹੀਏ ਕਿ ਜੇ ਆਪਾਂ ਆਪਣੀ ਕਲਾਸ ਦੇ ਰੂਲਸ ਬਣਾਉਣੇ ਹੋਣ, ਆਪਾਂ ਅੱਗੇ ਜਾ ਕੇ ਕਰਾਂਗੇ ਵੀ ਤਾਂ ਰੂਲ ਸਟੂਡੈਂਟਸ ਖੁਦ ਹੀ ਬਣਾ ਲੈਣ। ਜਿਹੜੇ ਰੂਲਸ ਉਹਨਾਂ ਨੇ ਖੁਦ ਬਣਾਏ ਹੋਣਗੇ ਉਹਨਾਂ ਨੂੰ ਤੋੜਨਗੇ ਵੀ ਨਹੀਂ ਐਂਡ ਪਲੱਸ ਉਹਨਾਂ ਨੂੰ ਫੋਲੋ ਕਰਨ ਲੱਗੇ ਖੁਸ਼ੀ ਵੀ ਮਹਿਸੂਸ ਕਰਨਗੇ। ਸੋ ਯੂ ਕੈਨ ਹੈਵ ਬੋਥ ਐਕਟਿਵ ਜਾਂ ਪੈਸਿਵ ਇਨਵੋਲਵਮੈਂਟ ਆਫ ਯੂਰ ਸਟੂਡੈਂਟਸ ਇਨ ਯੋਰ ਕਲਾਸ ਐਂਡ ਇਹ ਜ਼ਰੂਰ ਰੱਖੋ, ਰਾਈਟ। ਜਦੋਂ ਤੁਸੀਂ ਮੈਥਡਸ ਕੀ ਹੈ, ਵਾਟ ਆਰ ਦ ਡਿਫਰੈਂਟ ਵੇਜ਼ ਜਿਸ ਨਾਲ ਅਸੀਂ ਆਪਣੀ ਕਲਾਸ ਵਿੱਚ ਜਿਹੜਾ ਆਰਡਰ ਹੈ ਉਸਨੂੰ ਇੰਸ਼ੋਰ ਕਰ ਸਕਦੇ। ਸਭ ਤੋਂ ਪਹਿਲਾਂ ਔਰਗੇਨਾਈਜ਼ਡ ਰਹੋ, ਆਪਣੇ ਲੈਸਨ ਦੀ ਸਹੀ ਤਰ੍ਹਾਂ ਤਿਆਰੀ ਕਰੋ। ਕਲਾਸ ਦੇ ਸੈਸ਼ਨ ਦੇ ਸ਼ੁਰੂ ਹੋਣ 'ਚ ਇੱਕ ਕੈਲੰਡਰ ਬਣਾ ਲਓ। ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ, ਜੋ ਲਰਨਿੰਗ ਰਿਸੋਰਸਿਸ ਤੁਹਾਨੂੰ ਚਾਹੀਦੇ ਉਹਨਾਂ ਨੂੰ ਪ੍ਰੋਪਰਲੀ ਅਰੇਂਜ ਕਰੋ, ਉਹਨਾਂ ਦੀ ਆਪਣੇ ਕੋਲ ਅਵੇਲੇਬਿਲਿਟੀ ਰੱਖੋ ਤਾਂ ਜੋ ਤੁਹਾਨੂੰ ਕਦੇ ਕਲਾਸ ਦੇ ਵਿੱਚ ਪ੍ਰੋਬਲਮ ਹੀ ਨਾ ਆਵੇ। ਜਿੰਨਾ ਟੀਚਰ ਕਲਾਸ ਵਿੱਚ ਘਬਰਾਇਆ ਹੋਏਗਾ ਉਹਨਾਂ ਜਿਹੜਾ ਮੈਨੇਜਮੈਂਟ ਕਲਾਸ ਦਾ ਉਹ ਡਿਸਟਰਬ ਹੋਏਗਾ, ਰਾਈਟ। ਪਲੈਨਿੰਗ ਫॉर ਮੈਨੇਜਮੈਂਟ, ਤੁਹਾਡੇ ਲਈ ਪਲਾਨ ਕਰੋ। ਇਸ ਤਰ੍ਹਾਂ ਪਲਾਨ ਕਰੋ ਕਿ ਤੁਸੀਂ ਪੜ੍ਹਾਉਣਾ ਕਿਸ ਤਰ੍ਹਾਂ, ਵਿਦਿਆਰਥੀ ਨੂੰ ਮੋਟੀਵੇਟ ਕਿਸ ਤਰ੍ਹਾਂ ਕਰਨਾ ਹੈ। ਅੱਜ ਇਸ ਲੈਕਚਰ ਦੇ ਨਾਲ ਮੈਂ ਤੁਹਾਡੇ ਨਾਲ ਇੱਕ ਪਿਕਚਰ ਦਾ ਲਿੰਕ ਵੀ ਸ਼ੇਅਰ ਕਰੂੰਗੀ ਐਂਡ ਆਈ ਵੁੱਡ ਐਕਸਪੈਕਟ ਕਿ ਤੁਸੀਂ ਸਾਰੇ ਉਹ ਪਿਕਚਰ ਜ਼ਰੂਰ ਦੇਖੋ। ਹਿਚਕੀ ਮੂਵੀ ਹੈ, ਮੈਨੀ ਆਫ ਯੂ ਮਸਟ ਹੈਵ ਵਾਚਡ ਇਟ ਆਲਸੋ, ਜਿਹਦੇ ਵਿੱਚ ਰਾਣੀ ਮੁਖਰਜੀ ਨੂੰ ਇੱਕ ਪ੍ਰੋਬਲਮ ਹੁੰਦੀ ਹੈ ਖੁਦ ਨੂੰ ਵੀ ਐਂਡ ਦੈਨ ਸ਼ੀ ਜੁਆਇਨਸ ਸਕੂਲ ਐਂਡ ਸਕੂਲ ਦੇ ਵਿੱਚ ਇਸਨੂੰ ਕਿਹੋ ਜਿਹਾ ਗਰੁੱਪ ਦੇ ਦਿੱਤਾ ਜਾਂਦਾ ਬੱਚਿਆਂ ਦਾ ਜਿਨ੍ਹਾਂ ਨੂੰ ਕੋਈ ਟੀਚਰ ਪੜ੍ਹਾਉਣਾ ਨਹੀਂ ਚਾਹੁੰਦਾ ਐਂਡ ਜਿਹਨਾਂ ਨੂੰ ਟੀਚਰਸ ਨੂੰ ਲੱਗਦਾ ਕਿ ਦੇ ਆਰ ਵੇਸਟ ਪੀਪਲ ਐਂਡ ਉਹ ਜਦੋਂ ਉਸ ਕਲਾਸ ਵਿੱਚ ਜਾਂਦੀ ਹੈ ਤਾਂ ਬੱਚੇ ਸੱਚ ਵਿੱਚ ਉਹਦੀ ਜਿਹੜੀ ਲਰਨਿੰਗ ਹੈ ਉਸ ਵਿੱਚ ਇੰਟਰਸਟਿਡ ਨਹੀਂ ਹੁੰਦੇ। ਬਟ ਦੈਨ ਹੌਲੀ ਹੌਲੀ ਉਹ ਬੱਚਿਆਂ ਦੀ ਹੀ ਲੈਂਗੁਏਜ ਵਿੱਚ ਮੋਟੀਵੇਟ ਕਰਦੀ ਹੈ ਐਂਡ ਆਫ ਦ ਡੇ ਉਹਦੀ ਕਲਾਸ 'ਚੋਂ ਬੱਚਿਆਂ ਦਾ ਬਹੁਤ ਵਧੀਆ ਰਿਜ਼ਲਟ ਆਉਂਦੇ ਆ ਬੋਰਡਸ ਦੇ ਵਿੱਚ। ਸੋ ਦਿਸ ਇਜ਼ ਵਾਟ ਵੀ ਨੀਡ ਟੂ ਡੂ, ਵੀ ਨੀਡ ਟੂ ਨੋ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਮੋਟੀਵੇਟ ਕਰਨਾ ਹੈ ਕਿ ਤਾਂ ਜੋ ਮੇਰੀ ਕਲਾਸ ਦੇ ਵਿੱਚ ਮੇਰੀ ਗੱਲ ਨੂੰ ਧਿਆਨ ਨਾਲ ਸੁਣਨ। ਤੁਹਾਡੀ ਕਲਾਸ ਵਿੱਚ ਇੱਕ ਡਾਇਵਰਸਿਟੀ ਵੀ ਹੋਏਗੀ, ਵਿਲੱਖਣਤਾ ਹੋਏਗੀ ਐਂਡ ਯੂ ਨੀਡ ਟੂ ਟੇਕ ਕੇਅਰ ਆਫ ਇਟ। ਜਿਵੇਂ ਸਪੋਜ਼ ਜੇ ਆਪਾਂ ਐਗਜ਼ਾਮਪਲ ਲਈਏ ਕਿ ਮੇਰਾ ਬਲੈਕ ਬੋਰਡ ਹੈ ਐਂਡ ਮੈਂ ਇਸ ਬਲੈਕ ਬੋਰਡ 'ਤੇ ਲਿਖ ਰਹੀ ਹਾਂ, ਰਾਈਟ, ਬਿਕੋਜ਼ ਆਈ ਰਾਈਟ ਸੋ ਮਚ ਔਨ ਦੀ ਬੋਰਡ। ਪਰ ਮੇਰੀ ਕਲਾਸ 'ਚ ਇੱਕ ਬੱਚਾ ਜੋ ਵਿਜ਼ੂਅਲੀ ਇੰਪੇਅਰਡ ਹੈ, ਜਿਹਨੂੰ ਦਿਖਦਾ ਨਹੀਂ ਹੈ ਜਾਂ ਜਿਹਦੀ ਨਿਗਾਹ ਕਮਜ਼ੋਰ ਹੈ ਐਂਡ ਉਹ ਕਲਾਸ ਦੇ ਵਿੱਚ ਲਾਸਟ ਵਿੱਚ ਉਰੇ ਬੈਠਾ ਹੈ ਐਂਡ ਉਸਨੂੰ ਤਾਂ ਬੋਰਡ ਹੈ ਜਿਹੜਾ ਮੇਰਾ ਉਹ ਦਿਖ ਹੀ ਨਹੀਂ ਰਿਹਾ ਐਂਡ ਐਜ਼ ਅ ਟੀਚਰ ਜੇ ਮੈਂ ਇਸ ਚੀਜ਼ ਵੱਲ ਧਿਆਨ ਨਹੀਂ ਦਊਂਗੀ ਤਾਂ ਅਲਟੀਮੇਟਲੀ ਇਹ ਬੱਚਾ ਕੀ ਕਰੇਗਾ, ਜਾਂ ਤਾਂ ਆਪਣੇ ਨਾਲ ਦੇ ਨੂੰ ਪੁੱਛੇਗਾ ਵੀ ਮੈਮ ਕੀ ਲਿਖ ਰਹੇ ਨੇ ਐਂਡ ਦਿਸ ਵਿਲ ਕ੍ਰੀਏਟ ਡਿਸਟਰਬੈਂਸ ਇਨ ਯੋਰ ਕਲਾਸ ਐਂਡ ਇਹ ਕੀ ਕਰ ਦੇਗਾ ਤੁਹਾਡੀ ਕਲਾਸ ਦੇ ਆਰਡਰ ਨੂੰ
ख़राब कर देगा। सो यू नीड टू नो दिस कि यू नीड टू एड्रैस स्टूडेंट्स डाइवर्सिटी। ਤੁਹਾਨੂੰ ਇਸ ਚੀਜ਼ ਨੂੰ ਐਡਰੈਸ ਕਰਨਾ ਪਊਗਾ ਅਤੇ ਬੱਚਿਆਂ ਦੇ ਪੇਰੈਂਟਸ ਨਾਲ ਮਿਲ ਕੇ ਕੰਮ ਕਰਨਾ ਪਊਗਾ। ਦੈਨ ਓਨਲੀ ਤੁਸੀਂ ਆਪਣੀ ਕਲਾਸਰੂਮ ਨੂੰ ਸਹੀ ਢੰਗ ਨਾਲ ਮੈਨੇਜ ਕਰ ਸਕਦੇ ਹੋ। ਐਂਡ ਲਾਸਟ ਵਿੱਚ ਜਦੋਂ ਕਲਾਸ ਵਿੱਚ ਚਲੇ ਗਏ, ਕਲਾਸ ਦਾ ਸੰਚਾਲਨ ਕਰਨਾ ਹੈ, ਉਦੋਂ ਸਹਿਯੋਗ ਕਲਾਸਰੂਮ ਦੇ ਵਿੱਚ ਕੋਆਪਰੇਟਿਵ ਕਲਾਸਰੂਮ ਬਣਾਓ ਉਸਨੂੰ, ਜਿਸ ਦੇ ਵਿੱਚ ਹਰ ਬੱਚਾ ਇੱਕ ਰੋਲ ਹੈ ਨਿਭਾਉਣ ਲਈ, ਐਂਡ ਉਹ ਬੱਚਾ ਉਸ ਰੋਲ ਨੂੰ ਨਿਭਾ ਰਿਹਾ, ਜਿਸ ਦੇ ਵਿੱਚ ਸਹੀ ਬਿਹੇਵੀਅਰਸ ਨੂੰ ਰੀਇਨਫੋਰਸ ਕਰੋ। ਜਦੋਂ ਬੱਚੇ ਵਧੀਆ ਕੰਮ ਕਰਦੇ ਤਾਲੀ ਵਜਵਾਓ, ਜਦੋਂ ਬੱਚੇ ਦੀ ਰੈਕੋਗਨੀਸ਼ਨ ਦਿਓ ਕਿ ਦੇਖੋ ਸੀ ਦਿਸ ਚਾਈਲਡ ਹੈਜ਼ ਡਨ ਟੂ ਗੁੱਡ, ਉਸ ਨਾਲ ਦੂਜੇ ਬੱਚਿਆਂ ਨੂੰ ਵੀ ਮੋਟੀਵੇਸ਼ਨ ਹੋ, ਪਲੱਸ ਬੱਚਿਆਂ ਨੂੰ ਇਨਡਾਇਰੈਕਟਲੀ ਇਹ ਪਤਾ ਲੱਗ ਜੂਗਾ ਕਿ ਵਾਟ ਇਜ਼ ਐਕਸਪੈਕਟਿਡ ਆਫ ਅਸ, ਸਾਡੇ ਤੋਂ ਕੀ ਆਸ ਕੀਤੀ ਜਾ ਰਹੀ ਹੈ, ਅਤੇ ਅਧਿਆਪਕ ਦੇ ਰੂਪ ਵਿੱਚ ਤੁਹਾਡੇ ਲਈ ਉਹ ਆਸਾਨ ਵੀ ਹੋ ਜਾਏਗਾ, ਰਾਈਟ। ਸੋ ਤੁਸੀਂ ਜਦੋਂ ਵੀ ਮੈਨੇਜਮੈਂਟ ਲਈ ਕੋਈ ਪਲਾਨ ਬਣਾਉਣਾ ਹੈ, ਆਪਣੀ ਕਲਾਸ ਦੇ ਬੱਚਿਆਂ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਂ ਉਹਨਾਂ ਦੀਆਂ ਕਰੈਕਟਰਿਸਟਿਕਸ ਨੂੰ ਧਿਆਨ ਵਿੱਚ ਰੱਖਣਾ ਕਿ ਤੁਹਾਡੇ ਕਲਾਸ ਦੇ ਬੱਚਿਆਂ ਦੀ ਲੋੜ ਕੀ ਹੈ, ਵਾਟ ਆਰ ਦੀ ਨੀਡਸ ਆਫ ਯੂਰ ਸਟੂਡੈਂਟਸ, ਤੁਹਾਡੇ ਬੱਚਿਆਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ। ਇਹਦੇ ਲਈ ਤੁਸੀਂ ਆਪਣੇ ਪੁਰਾਣੇ ਟੀਚਰਸ ਨੂੰ ਵੀ ਪੁੱਛ ਸਕਦੇ ਹੋ ਬੱਚਿਆਂ ਦੇ ਨੂੰ, ਬਟ ਯੂ ਨੀਡ ਟੂ ਨੋ ਦ ਕਾਈਂਡ ਆਫ ਬਿਹੇਵੀਅਰ ਦ ਚਿਲਡਰਨ ਸ਼ੋ। ਬੱਚਿਆਂ ਦੀ ਡਾਇਵਰਸਿਟੀ ਪਤਾ ਹੋਣੀ ਚਾਹੀਦੀ ਹੈ ਕਿ ਮੇਰੀ ਕਲਾਸ ਵਿੱਚ ਬੱਚੇ ਜਿਹੜੇ ਉਹ ਕਿਹੋ ਜਿਹੇ ਸੋਸ਼ੋ ਇਕਨੋਮਿਕ ਬੈਕਗਰਾਊਂਡ ਤੋਂ ਆਉਂਦੇ ਨੇ, ਉਹਨਾਂ ਦੀ ਕੋਈ ਲਰਨਿੰਗ ਡਿਸੇਬਿਲਿਟੀ ਜਾਂ ਉਹਨਾਂ ਨੂੰ ਕੋਈ ਡਿਫਿਕਲਟੀ ਤਾਂ ਨਹੀਂ ਹੈ, ਸੋ ਇਹ ਪਤਾ ਹੋਣਾ ਚਾਹੀਦਾ। ਸੈਕਿੰਡ ਲੈਵਲ 'ਤੇ ਆਪਣੀ ਕਲਾਸ ਦਾ ਇਨਵਾਇਰਮੈਂਟ ਪਤਾ ਹੋਣਾ ਚਾਹੀਦਾ। ਮੇਰੀ ਕਲਾਸ ਦੇ ਵਿੱਚ ਜਿਵੇਂ ਸਪੋਜ਼ ਇਹਦੀ ਸਿਚੁਏਸ਼ਨ ਕਿੱਥੇ ਹੈ, ਕਲਾਸ ਮੇਰੀ ਕਿੱਥੇ ਸਥਿਤ ਹੈ, ਕਲਾਸ ਦੇ ਵਿੱਚ ਮੇਰੀ ਲਾਈਟ ਪ੍ਰੋਪਰ ਆਉਂਦੀ ਹੈ ਜਾਂ ਨਹੀਂ। ਸੋ ਜਿਹੜੀ ਤੁਹਾਡੀ ਕਲਾਸ ਦਾ ਸਿਟਿੰਗ ਅਰੇਂਜਮੈਂਟ ਕਿਸ ਤਰ੍ਹਾਂ ਦਾ ਹੈ, ਕਲਾਸ ਦਾ ਬਲੈਕ ਬੋਰਡ ਕਿੱਥੇ ਹੈ, ਬਲੈਕ ਬੋਰਡ ਦਾ ਸਾਈਜ਼ ਕਿਵੇਂ ਦਾ ਹੈ, ਇਹ ਗ੍ਰੀਨ ਬੋਰਡ ਹੈ ਜਾਂ ਵਾਈਟ ਬੋਰਡ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਜੇ ਤੁਹਾਨੂੰ ਪਤਾ ਹੋਊਗਾ ਐਡਵਾਂਸ ਵਿੱਚ, ਦੈਨ ਓਨਲੀ ਤੁਸੀਂ ਇੱਕ ਪ੍ਰੋਪਰ ਕਲਾਸਰੂਮ ਮੈਨੇਜਮੈਂਟ ਕਰ ਸਕੋਗੇ। ਐਂਡ ਦੈਨ ਆਪਣੀ ਕਲਾਸ ਲਈ ਇੱਕ ਰੂਲਸ ਜ਼ਰੂਰ ਬਣਾਓ, ਇਹ ਆਪਾਂ ਅੱਗੇ ਜਾ ਕੇ ਕਰਾਂਗੇ ਵੀ ਬਹੁਤ ਜ਼ਰੂਰੀ ਹੈ ਕਿ ਮੇਰੀ ਕਲਾਸ ਵਿੱਚ ਜਿਹੜਾ ਬੱਚਾ ਦਾ ਐਂਟਰੀ ਟਾਈਮ ਕੀ ਹੋਏਗਾ, ਲੀਵਿੰਗ ਟਾਈਮ ਕੀ ਹੋਏਗਾ, ਅਸਾਈਨਮੈਂਟ ਜਦੋਂ ਅਸੀਂ ਦੇਵਾਂਗੇ ਤਾਂ ਅਸਾਈਨਮੈਂਟ ਕਿੰਨੇ ਦਿਨਾਂ ਬਾਅਦ ਕੰਪਲੀਟ ਹੋ ਕੇ ਮਿਲੇਗੀ, ਟੈਸਟ ਕਦੋਂ ਲਵਾਂਗੇ, ਇਹ ਚੀਜ਼ਾਂ ਨੇ ਜਿਹੜੀਆਂ ਇਹ ਸਾਡੀਆਂ ਕਲਾਸ ਦੀਆਂ ਪਹਿਲਾਂ ਹੀ ਸਪੈਸੀਫਾਈਡ ਹੋਣੀਆਂ ਚਾਹੀਦੀਆਂ ਨੇ। ਨੈਕਸਟ ਵੀ ਹੈਵ ਐਲੀਮੈਂਟਸ ਆਫ ਦੀ ਕਲਾਸਰੂਮ ਮੈਨੇਜਮੈਂਟ, ਕਿ ਜਿਵੇਂ ਆਪਾਂ ਜੋ ਪਿੱਛੇ ਡਿਸਕਸ ਕੀਤੇ ਸੀ ਤਿੰਨੋਂ ਐਲੀਮੈਂਟਸ, ਉਹੀ ਵੀ ਕਿਸੇ ਵੀ ਕਲਾਸਰੂਮ ਮੈਨੇਜਮੈਂਟ ਵਿੱਚ 3 ਐਲੀਮੈਂਟਸ ਇਫੈਕਟ ਕਰਦੇ ਨੇ, ਉਹੀ ਐਲੀਮੈਂਟਸ ਆਪਾਂ ਇੱਥੇ ਡਿਟੇਲ ਵਿੱਚ ਕਰਾਂਗੇ, ਜਿਸ ਵਿੱਚ ਫਰਸਟ ਹੈ ਕਰੈਕਟਰਿਸਟਿਕਸ ਆਫ ਸਟੂਡੈਂਟਸ। ਹੁਣ ਜਨਰਲੀ ਦੇਖਿਆ ਗਿਆ ਕਿ ਲੋਅਰ ਪ੍ਰਾਇਮਰੀ ਛੋਟੇ ਬੱਚਿਆਂ ਦਾ ਜਿਹੜਾ ਅਟੈਂਸ਼ਨ ਸਪੈਨ ਹੈ ਉਹ ਥੋੜ੍ਹੀ ਦੇਰ ਦਾ ਹੁੰਦਾ, ਉਹ 2-2 ਘੰਟੇ ਦੀ ਕਲਾਸ ਨਹੀਂ ਲਗਾ ਸਕਦੇ, ਉਹ ਬ੍ਰੇਕਸ ਵੀ ਜ਼ਿਆਦਾ ਉਹ ਮਤਲਬ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਰਾਈਟ। ਐਂਡ ਇਸ ਕਰਕੇ ਤੁਹਾਨੂੰ ਜਦੋਂ ਛੋਟੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਕਲਾਸ ਨੂੰ ਪੜ੍ਹਾ ਰਹੇ ਹੋ। ਜੇ ਤੁਸੀਂ ਪ੍ਰਾਇਮਰੀ ਕਲਾਸ ਨੂੰ ਪੜ੍ਹਾ ਰਹੇ ਹੋ, ਤੁਸੀਂ 8th ਕਲਾਸ ਨੂੰ ਪੜ੍ਹਾ ਰਹੀ ਹੋ, ਮੈਂ ਤੁਹਾਡੇ ਵਰਗੇ ਬੱਚਿਆਂ ਨੂੰ ਪੜ੍ਹਾ ਰਹੀ ਹਾਂ, ਮੇਰਾ ਕਲਾਸਰੂਮ ਮੈਨੇਜਮੈਂਟ ਦਾ ਪਰਪਸ ਡਿਫਰੈਂਟ ਹੋ ਜਾਊਗਾ। ਤੁਹਾਡੀ ਕਲਾਸ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਕਿਉਂ ਪੜ੍ਹਨਾ, ਇੱਕ ਫਸਟ ਕਲਾਸ ਦੇ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਉਂ ਪੜ੍ਹ ਰਿਹਾ, ਰਾਈਟ। ਸੋ ਉਹਦੇ ਲਈ ਤਾਂ ਸਕੂਲ ਇੱਕ ਪਨਿਸ਼ਮੈਂਟ ਵੀ ਬਣ ਜਾਂਦਾ। ਸੋ ਤੁਹਾਡੇ ਦੋਨੋਂ ਕਲਾਸਾਂ ਦੇ ਮੈਨੇਜਮੈਂਟ ਦੇ ਢੰਗ ਡਿਫਰੈਂਟ ਹੋਣਗੇ। ਸੇਮ ਕਲਾਸਰੂਮ ਇਨਵਾਇਰਮੈਂਟ ਹੈ, ਆਪਾਂ ਪਹਿਲਾਂ ਡਿਟੇਲ ਕਰ ਚੁੱਕੇ ਹਾਂ ਕਿ ਤੁਹਾਡੀ ਕਲਾਸ ਦਾ ਫਿਜ਼ੀਕਲ, ਸੋਸ਼ਲ, ਐਜੂਕੇਸ਼ਨਲ ਇਨਵਾਇਰਮੈਂਟ ਕਿੱਥੇ ਸਿਚੁਏਟਡ ਹੈ, ਸਕੂਲ ਬੱਚੇ ਕਿਸ ਤਰ੍ਹਾਂ ਦੇ ਨੇ, ਫਿਰ ਐਜੂਕੇਸ਼ਨਲੀ ਬੋਰਡਸ ਕਿੱਥੇ ਨੇ, ਤੁਹਾਡਾ ਸੀਟਿੰਗ ਅਰੇਂਜਮੈਂਟ, ਵੈਦਰ, ਲੋਕੇਸ਼ਨ ਆਫ ਦੀ ਸਕੂਲ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉਹਦੇ ਵਿੱਚ ਇਫੈਕਟ ਕਰਨਗੀਆਂ। ਕਲਾਸ ਦੇ ਰੂਲਸ, ਟੀਚਰ ਦਾ ਬਿਹੇਵੀਅਰ, ਬੱਚਿਆਂ ਦਾ ਬਿਹੇਵੀਅਰ ਟੀਚਰ ਦੇ ਪ੍ਰਤੀ, ਬੱਚੇ ਇਕੱਲਾ ਕੰਮ ਕਰਨਾ ਪਸੰਦ ਕਰਦੇ ਨੇ ਜਾਂ ਗਰੁੱਪ 'ਚ ਕਰਨਾ ਪਸੰਦ ਕਰਦੇ ਨੇ। ਉਸ ਤੋਂ ਇਲਾਵਾ ਸਾਡਾ ਜਿਹੜਾ ਪੜ੍ਹਾਉਣ ਵਾਲਾ ਕੰਮ ਹੈ, ਵਿਸ਼ਾ ਹੈ, ਉਹ ਕਿੰਨਾ ਕੁ ਰੈਲੇਵੈਂਟ ਹੈ, ਜਿਹੜੇ ਵਿਸ਼ੇ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ 'ਚ ਜ਼ਿਆਦਾ ਰੈਲੇਵੈਂਟ ਨੇ, ਬੱਚੇ ਉਹਨਾਂ ਦੀ ਕਲਾਸ 'ਚ ਧਿਆਨ ਨਾਲ ਬੈਠਦੇ ਨੇ। ਇੱਕ ਮੁਸ਼ਕਿਲ ਜਿਹੜਾ ਟੌਪਿਕ ਹੋਏਗਾ ਉਹਦੇ ਵਿੱਚ ਥੋੜ੍ਹੀ ਬਹੁਤ ਡਿਸਟਰਬੈਂਸ ਜ਼ਰੂਰ ਹੋਊਗੀ ਕਿ ਬੱਚਿਆਂ ਨੂੰ ਤੁਹਾਡੀ ਗੱਲ ਸਮਝ ਨਹੀਂ ਆ ਰਹੀ ਹੋ, ਸੋ ਅਕੋਰਡਿੰਗਲੀ ਤੁਹਾਨੂੰ ਇਹ ਚੀਜ਼ ਧਿਆਨ ਵਿੱਚ ਰੱਖਣੀ ਪੈਂਦੀ ਹੈ। ਫਿਰ ਕਲਾਸਰੂਮ ਦੇ ਰੂਲਸ ਐਂਡ ਪ੍ਰੋਸੀਜਰਸ। ਸੋ ਜਿਵੇਂ ਕਲਾਸਰੂਮ ਨੇ ਮੰਨ ਕੇ ਚਲੋ ਕਿ ਕਲਾਸ ਐਜ਼ ਅ ਹੋਲ, ਜਿਵੇਂ ਕੱਪੜਾ ਹੁੰਦਾ, ਕੱਪੜੇ ਵਿੱਚ ਕੱਪੜੇ ਦੇ ਅਲੱਗ-ਅਲੱਗ ਧਾਗਿਆਂ ਦਾ ਕੋਈ ਮਹੱਤਤਾ ਨਹੀਂ ਹੁੰਦੀ, ਉਹ ਧਾਗੇ ਇੱਕ ਦੂਜੇ ਨਾਲ ਬੁਣੇ ਕਿਸ ਤਰ੍ਹਾਂ ਹੁੰਦੇ ਨੇ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ। ਉਸੇ ਤਰ੍ਹਾਂ ਕਲਾਸ ਦੇ ਵਿੱਚ ਇਕੱਲੇ ਵਿਦਿਆਰਥੀ ਨਾਲੋਂ ਜ਼ਿਆਦਾ ਪੂਰੇ ਤੌਰ 'ਤੇ ਉਹ ਕਲਾਸ ਕਿਸ ਤਰ੍ਹਾਂ ਦਾ ਬਿਹੇਵੀਅਰ ਸ਼ੋ ਕਰਦੀ ਹੈ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ। ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਆਪਣੀ ਕਲਾਸ ਵਿੱਚ ਜਿਹੜੇ ਰੂਲਸ ਹੈ ਉਹਨਾਂ ਨੂੰ ਸਹੀ ਤਰ੍ਹਾਂ ਸਥਾਪਿਤ ਕਰਨਾ ਐਂਡ ਬੱਚਿਆਂ ਤੋਂ ਕੀ ਆਸ ਕੀਤੀ ਜਾਂਦੀ ਹੈ, ਬੱਚਿਆਂ ਦਾ ਵਾਟ ਇਜ਼ ਅਸੈਪਟੇਬਲ ਬਿਹੇਵੀਅਰ, ਉਹਨੂੰ ਵੀ ਤੁਸੀਂ ਸਹੀ ਤਰ੍ਹਾਂ ਪਰਿਭਾਸ਼ਿਤ ਕਰਨਾ। ਇਸ ਨਾਲ ਬੱਚਿਆਂ ਦੇ ਅੰਦਰ ਇੱਕ ਓਨਰਸ਼ਿਪ ਦੀ ਭਾਵਨਾ ਆਊਗੀ ਐਂਡ ਬੱਚਿਆਂ ਦੇ ਅੰਦਰ ਇੰਟਰਨਲ ਅਤੇ ਐਕਸਟਰਨਲ ਕੰਟਰੋਲ ਹੋਏਗਾ। ਵਿਦਿਆਰਥੀ ਆਪਣੇ ਆਪ ਨੂੰ ਸੈਲਫ ਰੈਗੂਲੇਟ ਵੀ ਕਰਨਗੇ ਕਿਉਂਕਿ ਉਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਪਹਿਲਾਂ ਹੀ ਪਤਾ ਹੋਣਗੀਆਂ। ਮੇਰੇ ਬੇਟੇ ਦੇ ਸਕੂਲ ਵਿੱਚ ਸਾਡਾ ਉਹਦਾ ਪੂਰੇ ਸਾਲ ਦਾ ਕੈਲੰਡਰ ਪਹਿਲਾਂ ਹੀ ਆ ਜਾਂਦਾ। ਸੋ ਅਸੀਂ ਜੇ ਕਿਤੇ ਜਾਣਾ ਹੁੰਦਾ ਜਾਂ ਘਰ 'ਚ ਕੋਈ ਵਿਆਹ ਸ਼ਾਦੀ ਹੁੰਦੀ ਹੈ ਤਾਂ ਉਹਦੇ ਕੈਲੰਡਰ ਨੂੰ ਦੇਖਿਆ ਜਾਂਦਾ ਕਿਉਂਕਿ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਉਹਦੇ ਪੇਪਰ ਕਦੋਂ ਹੋਣੇ ਨੇ, ਉਹਦਾ ਟੈਸਟ ਕਦੋਂ ਹੋਣਾ। ਸੋ ਸਿਮਿਲਰਲੀ ਜੇ ਤੁਹਾਡੇ ਰੂਲਸ ਐਂਡ ਪ੍ਰੋਸੀਜਰਸ ਤੁਹਾਨੂੰ ਪਹਿਲਾਂ ਹੀ ਡਿਫਾਈਨਡ ਨੇ, ਸੋ ਦਿਸ ਹੈਲਪਸ ਯੂ ਟੂ ਹੈਵ ਅ ਬੈਟਰ ਕੰਟਰੋਲ। ਕਦੋਂ ਵੀ ਰੂਲ ਬਣਾਉਣਾ ਇਸ ਚੀਜ਼ ਦਾ ਧਿਆਨ ਰੱਖਣਾ ਕੁਛ ਚੀਜ਼ਾਂ ਦਾ ਕਿ ਤੁਸੀਂ ਆਪਣੇ ਬੱਚਿਆਂ ਦਾ ਸਹਿਯੋਗ ਲੈ ਕੇ ਰੂਲ ਬਣਾਉਣਾ ਹੈ। ਰੂਲ ਬੱਚਿਆਂ ਨੂੰ ਐਂ ਨਾ ਲੱਗੇ ਸਾਡੇ 'ਤੇ ਥੋਪੇ ਜਾ ਰਹੇ ਨੇ,
ਬੱਚੇ ਕਿਵੇਂ ਤੁਹਾਡੇ ਨਾਲ ਕੀ ਚਾਹੁੰਦੇ ਤੁਸੀਂ ਬੱਚਿਆਂ ਦੀ ਕਮੇਟੀ ਬਣਾ ਸਕਦੇ ਹੋ ਕਿ ਆਪਣੀ ਕਲਾਸ ਲਈ ਰੂਲਸ ਬਣਾ ਲਓ। ਜਿਵੇਂ ਆਪਾਂ ਨੋਰਮਲੀ ਤੁਹਾਨੂੰ ਕਈ ਵਾਰ ਅਸਾਈਨਮੈਂਟਸ ਦਿੰਦੇ ਆ, ਫਿਰ ਕਹਿ ਦਿੰਦੇ ਆਪਸ ਡਿਸਾਈਡ ਕਰ ਲਿਓ ਕਿਹੜੀ ਡੇਟ ਨੂੰ ਦੇਣੀ ਹੈ, ਤਾਂ ਉਹਦੇ ਨਾਲ ਬੱਚਿਆਂ ਨੂੰ ਜਿਹੜੀ ਕੰਮ ਵੀ ਉਹ ਫਿਰ ਸਹੀ ਤਰ੍ਹਾਂ ਕਰਦੇ ਨੇ, ਐਂਡ ਪਲੱਸ ਬੱਚੇ ਤੁਹਾਡੇ ਨਾਲ ਇੱਕ ਰੋਲ ਪਲੇ ਕਰਦੇ ਨੇ। ਕਲਾਸ ਰੂਲ ਕੰਸਿਸਟੈਂਸੀ, ਹਮੇਸ਼ਾ ਧਿਆਨ ਰੱਖੋ ਕਿ ਤੁਹਾਡੇ ਜਿਹੜੇ ਕਲਾਸ ਦੇ ਰੂਲਸ ਹਨ ਸਕੂਲ ਦੇ ਰੂਲਸ ਨਾਲ ਮਿਲਦੇ ਹੋਣੇ ਚਾਹੀਦੇ। ਇਹ ਨਹੀਂ ਕਿ ਸਕੂਲ ਦੇ ਵਿੱਚ ਤਾਂ 9-10 ਤੱਕ ਆਉਣਾ ਅਲਾਊਡ ਹੈ ਅਤੇ ਤੁਸੀਂ ਕਲਾਸ 'ਚ ਕਹਿ ਦਿਓ ਕਿ 9 ਵਜੇ ਤੋਂ ਬਾਅਦ ਮੇਰੇ ਕਿਸੇ ਨੇ ਨਹੀਂ ਆਉਣਾ, ਤਾਂ ਜਿਹੜੇ ਬੱਚਿਆਂ ਨੂੰ ਸਕੂਲ ਨੇ 10 ਮਿੰਟ ਲੇਟ ਅਲਾਓ ਕੀਤਾ ਉਹ ਤੁਹਾਡੀ ਕਲਾਸ ਕਿਵੇਂ ਕੀ ਕਰੋਗੇ ਤੁਸੀਂ। ਸੋ ਤੁਹਾਡਾ ਜਿਹੜਾ ਰੂਲ ਹੈ ਕਲਾਸ ਦਾ ਐਂਡ ਪਲੱਸ ਤੁਹਾਡੇ ਜਿਹੜੇ ਸਕੂਲ ਦਾ ਰੂਲ ਹੈ, ਜਿਵੇਂ ਆਪਾਂ ਜੇ ਕਿ ਆਪਣੀ ਯੂਨੀਵਰਸਿਟੀ 'ਚ 80% ਅਟੈਂਡੈਂਸ ਕਹਿੰਦੇ ਨੇ ਅਤੇ ਮੈਂ ਕਹਾਂ ਮੇਰੀ ਕਲਾਸ 90% ਅਟੈਂਡੈਂਸ ਹੋਣੀ ਚਾਹੀਦੀ, ਸੋ ਦੈਨ ਦਿਸ ਕਾਈਂਡ ਆਫ ਜਿਹੜੀ ਇਨਕਨਸਿਸਟੈਂਸੀ ਹੈ ਉਹ ਬੱਚੇ ਨੂੰ ਡਿਸਟਰਬ ਕਰੇਗੀ। ਬਹੁਤ ਜ਼ਿਆਦਾ ਰੂਲਸ ਨਹੀਂ ਬਣਾ ਲੈਣੇ, 20-25 ਰੂਲ ਨਹੀਂ ਬਣਾ ਦੇਣੇ ਜਿਹੜੇ ਤੁਹਾਨੂੰ ਯਾਦ ਹੀ ਨਾ ਰਹਿਣ। 2 ਜਾਂ 3 ਰੂਲਸ ਬਣਾਓ ਬਟ ਉਹਨਾਂ ਨੂੰ ਇਫੈਕਟਿਵਲੀ ਫੋਲੋ ਕਰੋ। ਰੂਲਸ ਦੀ ਕਲੈਰਿਟੀ ਹੋਣੀ ਚਾਹੀਦੀ ਹੈ, ਸਪਸ਼ਟਤਾ ਹੋਣੀ ਚਾਹੀਦੀ ਹੈ। ਤੁਸੀਂ ਲੇਟ ਨਹੀਂ ਆ ਸਕਦੇ ਮੇਰੀ ਕਲਾਸ 'ਚ ਇਜ਼ ਅ ਬੈਡ ਰੂਲ, ਤੁਸੀਂ 9:05 ਤੱਕ ਮੇਰੀ ਕਲਾਸ 'ਚ ਆ ਸਕਦੇ ਹੋ ਇਜ਼ ਅ ਰਾਈਟ ਰੂਲ, ਕਿਉਂਕਿ ਤੁਸੀਂ ਟਾਈਮ ਕਲੀਅਰ ਹੈ, ਸਾਨੂੰ ਪਤਾ ਹੈ ਲੇਟ ਕੀ ਹੁੰਦਾ ਹੈ। ਲੇਟ ਤਾਂ 9:01 ਵੀ ਹੁੰਦਾ, ਲੇਟ 9:20 ਵੀ ਹੁੰਦਾ, ਰਾਈਟ। ਸੋ ਅਕੋਰਡਿੰਗਲੀ ਤੁਹਾਡਾ ਰੂਲ ਹੈ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ ਹੈ। ਰੈਸ਼ਨਲ ਤਰਕ ਪਤਾ ਹੋਣਾ ਚਾਹੀਦਾ ਕਿ ਰੂਲ ਕਿਉਂ ਬਣਾਇਆ ਗਿਆ, ਉਸ ਨੂੰ ਬੱਚਿਆਂ ਨੂੰ ਵੀ ਕਲੀਅਰ ਕਰਨਾ ਪਏਗਾ, ਸੋ ਦੈਟ ਬੱਚਿਆਂ ਨੂੰ ਫਿਰ ਪਤਾ ਲੱਗੇਗਾ ਕਿ ਰੂਲ ਸਾਡੀ ਹੀ ਲਰਨਿੰਗ ਲਈ ਬਣਾਏ ਗਏ ਨੇ, ਸਾਨੂੰ ਪਨਿਸ਼ਮੈਂਟਸ ਦੇਣ ਲਈ ਨਹੀਂ ਬਣਾਏ ਗਏ। ਕੌਨਸੀਕੁਐਂਸਿਸ, ਇਹ ਵੀ ਧਿਆਨ ਰੱਖਣਾ ਕਿ ਜੇ ਰੂਲ ਤੋੜੇ ਜਾਣਗੇ ਉਹਨਾਂ 'ਤੇ ਕੀ ਕੌਨਸੀਕੁਐਂਸਿਸ ਹੋਣਗੇ, ਇਹ ਵੀ ਬੱਚਿਆਂ ਨੂੰ ਪਤਾ ਹੋਣੇ ਚਾਹੀਦੇ। ਜਿੱਥੇ ਇਹ ਗੱਲਾਂ ਪਤਾ ਹੁੰਦੀਆਂ ਨੇ ਬੱਚਿਆਂ ਨੂੰ, ਉੱਥੇ ਬੱਚੇ ਜ਼ਿਆਦਾ ਜ਼ਿੰਮੇਵਾਰ ਹੋ ਗਏ, ਰਿਸਰਚ ਪ੍ਰੂਫ ਕਰਦੀ ਹੈ। ਸੋ ਇਸ ਕਰਕੇ ਜੇ ਬੱਚੇ ਨੂੰ ਪਤਾ ਹੈ ਕਿ ਮੈਂ ਰੂਲ ਤੋੜੂੰਗਾ ਤਾਂ ਉਹਦੀ ਮੈਨੂੰ ਕੀ ਸਜ਼ਾ ਮਿਲੇਗੀ, ਤਾਂ ਅਕੋਰਡਿੰਗਲੀ ਬੱਚੇ ਜਿਹੜੇ ਇਸ ਚੀਜ਼ ਦਾ ਧਿਆਨ ਰੱਖਦੇ, ਰਾਈਟ। ਸੋ ਕੌਨਸੀਕੁਐਂਸਿਸ ਹਮੇਸ਼ਾ ਬਿਫੋਰ ਹੈਂਡ ਪਲਾਨ ਕਰੋ। ਇਹ ਨਹੀਂ ਹੈ ਕਿ ਜਦੋਂ ਬੱਚੇ ਨੇ ਰੂਲ ਤੋੜਤਾ ਉਸ ਤੋਂ ਬਾਅਦ ਬੈਠ ਕੇ ਸੋਚ ਰਹੇ ਹੋ ਵੀ ਹੁਣ ਮੈਂ ਕੀ ਕਰਾਂ। ਸੋ ਉਹਦੇ 'ਚ ਕਈ ਵਾਰ ਸੋਚਣ 'ਚ ਤੁਸੀਂ ਟਾਈਮ ਵੀ ਜ਼ਿਆਦਾ ਕੱਢ ਸਕਦੇ ਹੋ, ਐਂਡ ਦੈਨ ਇਫੈਕਟਿਵਲੀ ਉਸ ਕੰਮ ਦਾ ਬੱਚਾ ਵੀ ਭੁੱਲ ਜਾਂਦਾ ਕਿ ਮੈਨੂੰ ਇਹ ਪਨਿਸ਼ਮੈਂਟ ਜਾਂ ਮੇਰੇ ਨਾਲ ਇਹ ਬਿਹੇਵੀਅਰ ਟੀਚਰ ਕਿਉਂ ਕਰ ਰਿਹਾ। ਸੋ ਇਟਸ ਬੈਟਰ ਕਿ ਅਸੀਂ ਉਸਨੂੰ ਪਹਿਲਾਂ ਹੀ ਬਣਾਈਏ। ਅਸੀਂ ਜਦੋਂ ਇਹਨਾਂ ਨੇ ਲਿਖਿਆ ਕਿ ਬਹੁਤੀ ਵਾਰ ਰਿਸਰਚ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਟੀਚਰਸ ਦੇ ਆਈਡੀਆਜ਼ ਵੇਗ ਹੁੰਦੇ ਨੇ, ਜਿਨ੍ਹਾਂ ਬਾਰੇ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਅੱਗੇ ਕੀ ਕਰਨਾ, ਉੱਥੇ ਜਿਹੜੇ ਟੀਚਰ ਨੂੰ ਕਲਾਸ ਪ੍ਰਬੰਧ ਕਰਨ ਵਿੱਚ ਪ੍ਰੋਬਲਮ ਆ ਰਹੀ ਹੈ। ਸੋ ਇਹ ਚੀਜ਼ਾਂ ਤੋਂ ਤੁਹਾਨੂੰ ਬਚਣਾ ਚਾਹੀਦਾ। ਦੈਨ ਕੰਪੋਨੈਂਟਸ ਆਫ ਕਲਾਸਰੂਮ ਮੈਨੇਜਮੈਂਟ ਹੈ ਕਿ ਕਿਹੜੇ ਡਿਫਰੈਂਟ ਆਸਪੈਕਟਸ ਹੈ ਜੋ ਤੁਹਾਨੂੰ ਕਲਾਸ ਪ੍ਰਬੰਧ ਕਰਨ 'ਚ ਮਦਦ ਕਰਦੇ ਨੇ। ਕੁਛ ਆਪਾਂ ਆਲਰੇਡੀ ਪੁਆਇੰਟ ਕਰ ਵੀ ਚੁੱਕੇ ਹਾਂ। ਡਿਜ਼ਾਇਰੇਬਲ ਬਿਹੇਵੀਅਰ ਰੀਇਨਫੋਰਸ ਕਰੋ, ਜਿੱਥੇ ਤੁਸੀਂ ਟੀਚਰ ਬੱਚੇ ਤੋਂ ਐਕਸਪੈਕਟਡ ਜਾਂ ਇੱਛੁਤ ਬਿਹੇਵੀਅਰ ਜਦੋਂ ਬੱਚਾ ਸ਼ੋਅ ਕਰਦਾ ਅਤੇ ਉਹਨੂੰ ਟੀਚਰ ਰਿਵਾਰਡ ਦਿੰਦਾ ਜਾਂ ਉਹਦੀ ਤਾਰੀਫ ਕਰਦਾ, ਉੱਥੇ ਕਲਾਸ ਪ੍ਰਬੰਧ ਵਧੀਆ ਨੇ। ਹਰ ਬੱਚੇ 'ਤੇ ਅੱਖ ਰੱਖੋ, ਇਹ ਨਹੀਂ ਹੈ ਕਿ ਜਿਵੇਂ ਸਪੋਜ਼ ਜੇ ਤੁਸੀਂ ਕਲਾਸ ਵਿੱਚ ਬੈਠੇ ਹੋ ਪੜ੍ਹਾ ਰਹੇ ਹੋ, ਇਸ ਕਲਾਸ ਵਿੱਚ ਤੁਹਾਡੇ ਕੋਲ 1 2 3 4 5 6 7 8 9 10 11 12 13 14 15 16 ਸਟੂਡੈਂਟਸ ਹੈ, ਤਾਂ ਆਪਣਾ ਇੱਥੇ ਟੀਚਰ ਖੜਾ ਹੈ ਐਂਡ ਉਹ ਟੀਚਰ ਕੀ ਕਰ ਰਿਹਾ ਕਿ ਸਿਰਫ ਪਹਿਲੇ 4 ਬੱਚਿਆਂ ਨੂੰ ਪੜ੍ਹਾ ਰਿਹਾ, ਬਾਕੀ 4 ਬੱਚੇ ਕਲਾਸ 'ਚ ਜੋ ਮਰਜ਼ੀ ਕਰਨ, ਇਸ ਦਾ ਟੀਚਰ ਨੂੰ ਕੋਈ ਲੈਣ ਦੇਣ ਨਹੀਂ ਹੈ। ਦੈਨ ਦਿਸ ਇਜ਼ ਨਾਟ ਗੁੱਡ। ਐਜ਼ ਅ ਟੀਚਰ ਤੁਹਾਨੂੰ ਪੂਰੇ 16 ਬੱਚਿਆਂ 'ਤੇ ਤੁਹਾਡੀ ਅੱਖ ਹੋਣੀ ਚਾਹੀਦੀ ਹੈ। ਯੂ ਸ਼ੁਡ ਨੋ ਅਬਾਊਟ ਐਵਰੀ ਚਾਈਲਡ। ਇਹਦੇ ਲਈ ਤੁਸੀਂ ਕਲਾਸ 'ਚ ਰਾਊਂਡਸ ਵੀ ਲੈ ਸਕਦੇ ਹੋ, ਬਟ ਦੈਨ ਤੁਹਾਨੂੰ ਸਭ ਬੱਚਿਆਂ ਉੱਤੇ ਧਿਆਨ ਹੋਵੇ। ਕਲੀਅਰ ਡਾਇਰੈਕਸ਼ਨਸ ਦਿਓ, ਕੋਈ ਵੀ ਡਾਇਰੈਕਸ਼ਨ ਐਸੀ ਨਾ ਦਿਓ ਜੋ ਕਨਫਿਊਜ਼ਨ ਵਾਲੀ ਹੈ, ਕਿਉਂਕਿ ਬਹੁਤੀ ਵਾਰ ਫਿਰ ਕੀ ਹੋਏਗਾ, ਇਹ 16 ਬੱਚੇ ਆਪਸ ਵਿੱਚ ਇੱਕ ਦੂਜੇ ਨੂੰ ਪੁੱਛਣਗੇ ਐਂਡ ਜੋ ਕਲਾਸ ਵਿੱਚ ਡਿਸਟਰਬੈਂਸ ਕਰੇਗਾ। ਹਰ ਬੱਚੇ ਲਈ ਕੰਮ ਹੋਣਾ ਚਾਹੀਦਾ। ਸੋ ਇਹ ਨਹੀਂ ਹੈ ਕਿ ਅਗੇਨ ਤੁਸੀਂ ਇੱਥੇ ਆਹ 4 ਕੰਮ ਵੰਡਣ ਲੱਗੇ, 12 ਬੱਚਿਆਂ ਨੂੰ ਕੰਮ ਵੰਡਤਾ ਐਂਡ 4 ਬੱਚੇ ਬਿਨਾਂ ਕੰਮ ਤੋਂ ਰਹਿ ਗਏ, ਤਾਂ ਜਿਹੜੇ 4 ਬੱਚੇ ਬਿਨਾਂ ਕੰਮ ਤੋਂ ਰਹਿ ਗਏ ਕੀ ਕਰਨਗੇ, ਬੱਚਿਆਂ ਨੂੰ ਡਿਸਟਰਬ ਹੀ ਕਰਨਗੇ। ਸੋ ਇਸ ਲਈ ਹਰ ਬੱਚੇ ਨੂੰ ਤੁਸੀਂ ਕੰਮ ਦਿਓ। ਕਲਾਸ 'ਚ ਇੰਟਰੈਕਸ਼ਨ ਜਨਰੇਟ ਕਰੋ ਆਪਸ ਦੇ ਵਿੱਚ। ਬੱਚੇ ਇਹ ਵੀ ਡਿਸਾਈਡ ਕਰੋ ਕਿ ਬੱਚੇ ਤੁਹਾਡੇ ਨਾਲ ਇੰਟਰੈਕਟ ਕਰਨਗੇ ਜਾਂ ਆਪਸ ਵਿੱਚ ਇੰਟਰੈਕਟ ਕਰਨਗੇ, ਕਿਉਂਕਿ ਜੇ ਆਪਸ 'ਚ ਇੰਟਰੈਕਟ ਕਰਨਗੇ ਤਾਂ ਥੋੜ੍ਹੀ ਜਿਹੀ ਡਿਸਟਰਬੈਂਸ ਕਰਨਗੇ। ਸੋ ਅਕੋਰਡਿੰਗਲੀ ਤੁਹਾਡੇ ਮੈਥਡ ਦੇ ਮੁਤਾਬਿਕ ਤੁਹਾਨੂੰ ਕਿਸ ਤਰ੍ਹਾਂ ਦੀ ਇੰਟਰੈਕਸ਼ਨ ਚਾਹੀਦੀ ਹੈ, ਉਸ ਤਰ੍ਹਾਂ ਦੀ ਇੰਟਰੈਕਸ਼ਨ ਪ੍ਰਮੋਟ ਕਰੋ। ਬੱਚੇ ਦਾ ਧਿਆਨ ਹੈ ਜਿਹੜਾ ਉਹ ਸਿੱਖਣ ਪ੍ਰਕਿਰਿਆ 'ਤੇ ਕੇਂਦਰਿਤ ਕਰੋ ਐਂਡ ਉਹਨੂੰ ਲਗਾਤਾਰ ਮੇਨਟੇਨ ਕਰਕੇ ਰੱਖੋ, ਵੀ ਤਾਂ ਜੋ ਬੱਚੇ ਹੈ ਜਿਹੜੇ ਉਹ ਆਪਣੀ ਲਰਨਿੰਗ 'ਤੇ ਜ਼ਿਆਦਾ ਸਟਰੈਸ ਦੇਣ। ਲੈਸਨ ਪਲਾਨ ਵਧੀਆ ਤਰ੍ਹਾਂ ਤਿਆਰ ਕਰਕੇ ਜਾਓ। ਜੇ ਤੁਹਾਨੂੰ ਪਤਾ ਹੈ, ਜੇ ਮੈਨੂੰ ਐਜ਼ ਅ ਟੀਚਰ ਪਤਾ ਹੈ ਕਿ ਮੈਂ 9 ਵਜੇ ਕਲਾਸ 'ਚ ਜਾ ਰਹੀ ਹਾਂ, ਜੇ ਮੈਂ 10 o'clock ਤੱਕ ਕਲਾਸ ਲੈਣੀ ਹੈ, ਤਾਂ ਇਸ ਪੂਰੇ 1 ਘੰਟੇ ਵਿੱਚ ਮੈਂ ਕੀ ਕਰਨਾ ਹੈ ਐਂਡ ਉਹ ਲੈਸਨ ਪਲਾਨ ਹੈ ਜਿਹੜਾ ਮੇਰਾ ਤਿਆਰ ਹੈ ਐਂਡ ਉਸ ਤਿਆਰ ਲੈਸਨ ਪਲਾਨ ਦੇ ਕਾਰਨ ਤੁਸੀਂ ਫਿਰ ਵਧੀਆ ਢੰਗ ਨਾਲ ਪੜ੍ਹਾ ਪਾਉਂਦੇ ਹੋ, ਰਾਈਟ। ਸੋ ਪਲੱਸ ਇਹ ਤੁਹਾਡੀ ਜਿਹੜੀ ਟ੍ਰਾਂਜੀਸ਼ਨ ਹੈ ਇੱਕ ਐਕਟੀਵਿਟੀ ਤੋਂ ਦੂਸਰੀ ਐਕਟੀਵਿਟੀ, ਉਹ ਸਮੂਥ ਹੋਣੀ ਚਾਹੀਦੀ ਹੈ। ਹਮੇਸ਼ਾ ਕੋਸ਼ਿਸ਼ ਕਰੋ ਕਿ ਜੇ ਆਪਾਂ ਕਲਾਸ ਵਿੱਚ ਡਿਫਰੈਂਟ ਐਕਟੀਵਿਟੀਜ਼ ਨਾਲ ਪੜ੍ਹਾਉਣਾ ਹੈ, ਜਦੋਂ ਇੱਕ ਐਕਟੀਵਿਟੀ ਤੋਂ ਦੂਸਰੀ ਐਕਟੀਵਿਟੀ 'ਤੇ ਜਾਣਾ ਉਹਦੇ ਵਿੱਚ ਕੋਈ ਡਿਸਟਰਬੈਂਸ ਨਾ ਹੋਵੇ। So this is all about we'll continue the presentation in the next slide.